ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਥਿਰ ਸੰਤਨ ਸੁਹਾਗ ਮਰੈ ਨ ਜਾਵਏ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਅੰਗ 457 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਪਾਵਨ ਉਪਦੇਸ਼ ਬਖਸ਼ ਰਹੇ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਪਰਮੇਸ਼ਰ ਦੇ ਸੰਤ ਜਨਾਂ ਦਾ ਸੁਹਾਗ ਆਨੰਦ ਸਦਾ ਹੀ ਸਥਿਤ ਰਹਿੰਦਾ ਹੈ। ਜਿਵੇਂ ਇਸਤਰੀਆਂ ਦੇ ਪਤੀ ਮਰ ਜਾਂਦੇ ਹਨ, ਉਹਨਾਂ ਦਾ ਸੁਹਾਗ ਚਲਿਆ ਜਾਂਦਾ, ਇਉਂ ਪਤੀ ਪਰਮੇਸ਼ਰ ਮਰ ਕੇ ਕਿਤੇ ਜਾਂਦਾ ਨਹੀਂ ਹੈ। ਉਹ ਸੰਤ ਜਨ ਮਰ ਕੇ ਕਦੇ ਜੂਨਾਂ ਵਿੱਚ ਨਹੀਂ ਜਾਂਦੇ, ਸੱਚ ਸਰੂਪ ਵਿੱਚ ਸਦਾ ਹੀ ਲੀਨ ਰਹਿੰਦੇ ਹਨ। ਜਾ ਕੈ ਗ੍ਰਹਿ ਹਰਿ ਨਾਹੁ ਸਦ ਹੀ ਰਾਵਏ। ਹੇ ਜਗਿਆਸੂ ਜਨੋ, ਜਿਨ੍ਹਾਂ ਸੰਤ ਜਨਾਂ ਦੇ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਨਾਹੁ ਪਤੀ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੋਇਆ ਹੈ, ਉਹ ਹਮੇਸ਼ਾ ਹੀ ਪਰਮੇਸ਼ਰ ਦੇ ਆਨੰਦ ਨੂੰ ਰਾਵਏ ਮਾਣਦੇ ਹਨ। ਅਵਿਨਾਸੀ ਅਵਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ। ਉਹ ਪ੍ਰਭੂ ਪਰਮੇਸ਼ਰ ਅਵਿਨਾਸੀ, ਨਾਸ਼ ਤੋਂ ਰਹਿਤ, ਵਿਅਕਤੀਗਤ ਤੋਂ ਰਹਿਤ, ਗਿਆਨ ਸਰੂਪ ਜਾਂ ਪ੍ਰਾਪਤ ਸਰੂਪ ਹੈ। ਹਮੇਸ਼ਾ ਹੀ ਨਵਤਨ ਨਵੀਨ ਸਰੂਪ ਤੇ ਨਿਰਮਲਾ ਸ਼ੁੱਧ ਸਰੂਪ ਹੈ। ਭਾਵ ਮਲ ਵਿਖੇਪ ਆਦਿ ਮੈਲਾਂ ਤੋਂ ਰਹਿਤ ਹੈ। ਨਹਿ ਦੂਰ ਸਦਾ ਹਦੂਰ ਠਾਕੁਰ, ਦਹਿ ਦਿਸ ਪੂਰਨ ਸਾਧ ਸਦਾ। ਫਿਰ ਵੀ ਉਹ ਠਾਕੁਰ ਸੁਆਮੀ ਪਰਮੇਸ਼ਰ ਫਾਸਲੇ 'ਤੇ ਨਹੀਂ ਹੈ, ਹਮੇਸ਼ਾ ਹੀ ਨੇੜੇ ਤੋਂ ਨੇੜੇ ਹੈ। ਦਹਿ ਦਿਸ ਦਸੋਂ ਦਿਸ਼ਾਵਾਂ, ਉੱਤਰ ਦੱਖਣ ਪੂਰਬ ਪੱਛਮ ਚਾਰੇ ਕੋਣਾਂ, ਧਰਤੀ ਤੇ ਆਕਾਸ਼ ਵਿੱਚ ਸਦ ਸਦਾ ਨਿਤਾ ਪ੍ਰਤੀ ਹਮੇਸ਼ਾ ਹਮੇਸ਼ਾ ਪੂਰਨ ਵਿਆਪਕ ਹੈ। ਦਹਿ ਦਿਸ ਦਸੇ ਇੰਦਰੀਆਂ ਦੀ ਤਪਸ਼ ਵਿੱਚੋਂ ਵੀ ਸਾਰੇ ਦੇਖਦਾ ਸੁੰਘਦਾ ਆਪ ਹੀ ਹੈ ਤੇ ਸਾਰੀਆਂ ਥਾਵਾਂ ਵਿੱਚ ਵਿਆਪਕ ਹੈ। ਪ੍ਰਾਨ ਪਤ ਗਤ ਮਤ ਜਾਤੇ, ਪ੍ਰਿਯ ਪ੍ਰੀਤ ਪ੍ਰੀਤਮ ਭਾਵਏ। ਹੇ ਭਾਈ, ਜੋ ਪ੍ਰਾਨਪਤ ਪ੍ਰਾਣਾਂ ਦਾ ਪਤੀ ਪਰਮੇਸ਼ਰ ਹੈ, ਜਾਤੇ ਜਿਸ ਕਰਕੇ ਜਿਸ ਤੋਂ ਗਤ ਮੁਕਤੀ ਵਾਲੀ ਆਤਮ ਸ਼ੈਣੀ ਮਤ ਬੁੱਧੀ ਪ੍ਰਾਪਤ ਹੁੰਦੀ ਹੈ, ਜਿਹੜੇ ਮਨ ਬਾਣੀ ਸਰੀਰ ਕਰਕੇ ਪ੍ਰਿਯ ਪਿਆਰੇ ਪਰਮੇਸ਼ਰ ਨਾਲ ਸਨੇਹ ਕਰਦੇ ਹਨ, ਉਹ ਪ੍ਰੀਤਮ ਪਿਆਰੇ ਪ੍ਰਭੂ ਨੂੰ ਭਾਵੇ ਚੰਗੇ ਲੱਗਦੇ ਹਨ। ਨਾਨਕ ਵਖਾਣੈ ਗੁਰ ਬਚਨ ਜਾਣੈ, ਥਿਰ ਸੰਤਨ ਸੁਹਾਗ ਮਰੈ ਨ ਜਾਵਏ। ਸਤਿਗੁਰੂ ਜੀ ਵਿਖਿਆਨ ਕਥਨ ਕਰਦੇ ਹਨ ਕਿ ਹੇ ਭਾਈ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ। ਸੰਤ ਮਹਾਤਮਾ ਦਾ ਸੁਹਾਗ ਆਨੰਦ ਸਥਿਤ ਰਹਿੰਦਾ ਹੈ। ਪਰਮੇਸ਼ਰ ਕਦੇ ਵੀ ਮਰਦਾ ਨਹੀਂ ਤੇ ਸੰਤਾਂ ਦਾ ਆਨੰਦ ਕਿਤੇ ਵੀ ਜਾਂਦਾ ਨਹੀਂ। ਜਾ ਕੋ ਰਾਮ ਪਧਾਰ ਤਾਕੈ ਆਨੰਦ ਕਣਾ, ਸੁਖਵੰਤੀ ਸਾ ਨਾਰ ਸੋਭਾ ਪੂਰ ਬਣਾ। ਹੇ ਭਾਈ, ਜਿਸ ਮਹਾਤਮਾ ਰੂਪ ਸਖੀ ਨੂੰ ਪਧਾਰ ਪਤੀ ਪਰਮੇਸ਼ਰ ਮਿਲਿਆ ਹੈ, ਉਸ ਮਹਾਤਮਾ ਰੂਪ ਸਖੀ ਦੇ ਤਾਈਂ ਘਣਾ ਬਹੁਤੇ ਆਨੰਦ ਦੀ ਪ੍ਰਾਪਤੀ ਹੋਈ ਹੈ। ਉਹ ਜਗਿਆਸੂ ਰੂਪ ਨਾਰ ਇਸਤਰੀ ਭਗਤੀ ਕਰਕੇ ਸੁੱਖਾਂ ਵਾਲੀ ਹੋਈ ਹੈ ਅਤੇ ਉਸ ਦੀ ਭਗਤੀ ਕਰਕੇ ਲੋਕ ਪ੍ਰਲੋਕ ਵਿੱਚ ਪੂਰਨ ਸੋਭਾ ਮਹਿਮਾ ਬਣ ਰਹੀ ਹੈ। ਉਹਨਾਂ ਦੀ ਵਡਿਆਈ ਦਾ ਪ੍ਰਕਾਸ਼ ਪੂਰ ਬਣਾ ਪੁੰਨਿਆਂ ਦੇ ਚੰਦਰਮਾ ਬਰਾਬਰ ਹੈ। ਮਾਣ ਮਹੱਤ ਕਲਿਆਣ ਹਰ ਜਸ ਸੰਗ, ਸੁਰਜਨ ਸੋ ਪ੍ਰਭੂ। ਪਰਮੇਸ਼ਰ ਦਾ ਜਸ ਕੀਰਤਨ ਗਾਉਣੇ ਕਰਕੇ ਬ੍ਰਹਮ ਗਿਆਨ ਰੂਪੀ ਮਾਣ ਸਤਿਕਾਰ, ਜੀਵਨ ਮੁਕਤੀ ਦਾ ਵੱਡਾ ਮਹੱਤ ਮਰਤਬਾ ਭਾਵ ਰੁਤਬਾ ਵੀ ਮਿਲਦਾ ਹੈ ਤੇ ਸਲੋਕ ਸਮੀਪ ਸਜੁਜ ਸਰੂਪ ਆਦਿ ਕਲਿਆਣ ਮੁਕਤੀਆਂ ਵੀ ਪ੍ਰਾਪਤ ਹੁੰਦੀਆਂ ਹਨ। ਸੋ ਪਿਆਰਾ ਸੁਰਜਨ ਪਿਆਰਾ ਪ੍ਰਭੂ ਪਰਮੇਸ਼ਰ ਮਹਾਤਮਾ ਰੂਪ ਸਖੀ ਦੇ ਹਰ ਵਕਤ ਸੰਗ ਕੀਏ ਨਾਲ ਭਾਵ ਅੰਗ ਸੰਗ ਰਹਿੰਦਾ ਹੈ। ਸਰਬ ਸਿੱਧ ਨਵ ਨਿਧ ਤਿਤ ਗ੍ਰਹਿ, ਨਹੀਂ ਊਨਾ ਸਭ ਕਛੂ। ਉਸ ਮਹਾਤਮਾ ਰੂਪ ਸਖੀ ਦੇ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਸਾਰੀਆਂ ਸਿੱਧੀਆਂ ਨਵ ਨੌ ਨਿਧੀਆਂ, ਸਾਰੀਆਂ ਸਿੱਧ ਮੁਕਤੀਆਂ ਤੇ ਨਵ ਨੌ ਗੋਲਕਾਂ ਦਾ ਨਿਧ ਆਸਰਾ ਰੂਪ ਪਰਮੇਸ਼ਰ ਪ੍ਰਾਪਤ ਹੋਇਆ ਹੈ। ਉਸ ਦਾ ਹਿਰਦਾ ਸ਼ੁਭ ਗੁਣਾਂ ਵੱਲੋਂ ਊਨਾ ਕਹੀਏ ਖਾਲੀ ਨਹੀਂ, ਉਸ ਨੂੰ ਸਾਰਾ ਕੁਝ ਹੀ ਪ੍ਰਾਪਤ ਹੋਇਆ। ਮਦਰ ਬਾਣੀ ਪ੍ਰਹਿ ਮਾਨੀ, ਥਿਰ ਸੁਹਾਗ ਤਾਕਾ ਬਣਾ।
ਹੇ ਭਾਈ, ਜਿਹੜੀ ਮਹਾਤਮਾ ਰੂਪ ਸਖੀ ਮਧੁਰ ਮਿੱਠੀ ਬਾਣੀ ਬੋਲੀ ਭਾਵ ਬਾਣੀ ਬੋਲਣ ਵਾਲੀ ਹੈ, ਪਤੀ ਪਰਮੇਸ਼ਰ ਨੇ ਮਾਨੀ ਮੰਨ ਲਈ ਹੈ ਕਿ ਸਾਡੀ ਪਿਆਰੀ ਮਹਾਤਮਾ ਰੂਪ ਸਖੀ ਹੈ। ਥਿਰ ਸੁਹਾਗ ਤਾਕਾ ਬਣਾ, ਉਸ ਮਹਾਤਮਾ ਰੂਪ ਸਖੀ ਦਾ ਸਦਾ ਹੀ ਥਿਰ ਸਥਿਤ ਰਹਿਣ ਵਾਲਾ ਸੁਹਾਗ ਆਨੰਦ ਬਣਿਆ ਰਹਿੰਦਾ। ਨਾਨਕ ਵਖਾਣੈ ਗੁਰ ਬਚਨ ਜਾਣੈ, ਜਾ ਕੋ ਰਾਮ ਪਧਾਰ ਤਾਕੈ ਆਨੰਦ ਕਣਾ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਹੇ ਭਾਈ, ਸਤਿਗੁਰਾਂ ਦੇ ਬਚਨ ਉਪਦੇਸ਼ ਕਰਕੇ ਹੀ ਜਾਣਿਆ ਜਾਂਦਾ ਹੈ। ਜਿਸ ਨੂੰ ਪਧਾਰ ਪਤੀ ਪਰਮੇਸ਼ਰ ਪ੍ਰਾਪਤ ਹੋਇਆ ਹੈ, ਉਸ ਦੇ ਤਾਈਂ ਘਣਾ ਬਹੁਤਾ ਆਨੰਦ ਭਾਵ ਬ੍ਰਹਮਾਨੰਦ ਪ੍ਰਾਪਤ ਹੋਇਆ ਹੈ। ਆਓ ਸਖੀ ਸੰਤ ਪਾਸ ਸੇਵਾ ਲਾਗੀਐ, ਪੀਸੋ ਚਰਨ ਪਖਾਰ ਆਪ ਤਿਆਗੀਐ। ਹੇ ਜਿਗਿਆਸੂ ਰੂਪ ਸਖੀਏ, ਆਓ ਜਿਨ੍ਹਾਂ ਮਹਾਤਮਾ ਜਨਾਂ ਨੂੰ ਸਾਸ ਗਰਾਸ ਪਰਮੇਸ਼ਰ ਵਾਹਿਗੁਰੂ ਵਿਸਰਦਾ ਨਹੀਂ, ਉਹਨਾਂ ਦੇ ਪਾਸ ਭਾਵ ਕੋਲ ਜਾ ਕੇ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਟਹਿਲ ਵਿੱਚ ਲੱਗਣਾ ਕਰੀਏ। ਚੱਕੀ ਨਾਲ ਆਟਾ ਪੀਸਣਾ ਕਰੀਏ, ਭਾਵ ਮਹਾਤਮਾ ਜਨਾਂ ਨੂੰ ਚੱਕੀ ਨਾਲ ਆਟਾ ਪੀਸ ਕੇ ਪ੍ਰਸ਼ਾਦਾ ਛਕਾਉਣਾ ਕਰੀਏ। ਚਰਨਾਂ ਨੂੰ ਪਖਾਰ ਧੋਣਾ ਕਰੀਏ ਅਤੇ ਹਿਰਦੇ ਵਿੱਚੋਂ ਆਪਾ ਭਾਵ ਤਿਆਗੀਏ ਭਾਵ ਛੱਡਣਾ ਕਰੀਏ। ਸਰਵਣ ਮੰਨਣ ਨਿਧਿਆਸਨ ਰੂਪ ਚੱਕੀ ਵਿੱਚ ਪ੍ਰਮਾਣਗਤ ਪ੍ਰਮੇਗਤ ਆਦਿ ਸੰਸਿਆਂ ਨੂੰ ਪੀਸਣਾ ਕਰੀਏ। ਜੋ ਚਰਨਾਂ ਦਾ ਪਖਾਰ ਪੇਖਣਾ ਹੈ, ਇਹ ਚਰਨ ਧੋਣਾ ਕਰੀਏ। ਜਿਹੜਾ ਚਰਨਾਂ ਦਾ ਪੱਖ ਲੈਣਾ ਹੈ, ਇਹ ਚਰਨ ਧੋਣਾ ਕਰੀਏ ਅਤੇ ਹਿਰਦੇ ਵਿੱਚੋਂ ਆਪਾ ਭਾਵ ਤਿਆਗ ਕੇ ਮੁਕਤ ਹੋਣਾ ਕਰੀਏ। ਸੋ ਜਿਸ ਤਰ੍ਹਾਂ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦਾ ਸੁਭਾਅ ਸੀ ਕਿ 24 ਘੰਟੇ ਸਿਮਰਨ ਕਰਦੇ ਸਨ। 1 ਘੰਟਾ ਪ੍ਰਮਾਤਮਾ ਦੀ ਮਰਿਆਦਾ ਵਿੱਚ ਆਉਣ 'ਤੇ ਦਿਨੇ 12 ਵਜੇ ਤੋਂ 1 ਵਜੇ ਤੱਕ ਬਿਰਾਜਿਆ ਕਰਦੇ ਸਨ। ਨੀਂਦ ਆਉਣ ਤੋਂ ਇੱਕ ਦਿਨ ਉਹਨਾਂ ਨੇ ਸੰਗਤ ਵਿੱਚ ਗੱਲ ਤੋਰੀ ਕਿ ਨੀਂਦ ਆਉਣ ਤੋਂ ਰਾਤ ਨੂੰ ਬਚਾਅ ਵਾਸਤੇ ਕੀ ਕਰਨਾ ਚਾਹੀਦਾ। ਸੰਤ ਬਾਬਾ ਖਜਾਨ ਸਿੰਘ, ਸੰਤ ਬਾਬਾ ਸੁੰਦਰ ਸਿੰਘ ਜੀ ਦੇ ਪਿਤਾ ਜੀ, ਉਹਨਾਂ ਨੇ ਕਿਹਾ ਕਿ ਚੱਕੀ ਪੀਣਾ ਕਰੀਏ ਤਾਂ ਠੀਕ ਹੈ। ਬਾਬਾ ਬਿਸ਼ਨ ਸਿੰਘ ਜੀ ਚੱਕੀ ਪੀਣ ਉਦੋਂ ਤੋਂ ਲੱਗ ਗਏ। ਬਹੁਤ ਵਡੇਰਾ ਸਰੀਰ ਸੀ, ਬੜਾ ਸਰੀਰ ਸੁਕਾਇਆ ਹੋਇਆ ਸੀ। ਨਾ ਕਦੇ ਮਿੱਠਾ ਖਾਣਾ, ਨਾ ਦੁੱਧ ਪੀਣਾ, ਸਿਰਫ ਸ਼ਰਦਾਈ ਪੀਆ ਕਰਦੇ ਅਤੇ 8 ਪਹਿਰਾਂ ਮਗਰੋਂ 2 ਕੜਛੀਆਂ ਮੂੰਗੀ ਦੀ ਦਾਲ, ਇੰਨੇ ਕੁ ਆਹਰ ਦਾ ਸਰੀਰ ਸੀ। ਬਹੁਤੇ ਬਿਰਧ ਜਾਣ ਕੇ ਲੋਕਾਂ ਨੇ ਸੰਤ ਸੁੰਦਰ ਸਿੰਘ ਜੀ ਨੂੰ ਕਿਹਾ ਕਿ ਤੁਸਾਂ ਦੇ ਪਿਤਾ ਨੇ ਚੱਕੀ ਪੀਣ ਦੀ ਸੇਵਾ ਕਿਉਂ ਲਾਈ ਹੈ। ਸੁਣ ਕੇ ਫਿਰ ਸੰਤਾਂ ਨੇ ਇਹ ਸੇਵਾ ਲਈ ਕਿ ਸਾਨੂੰ ਆਟਾ ਪੀਣ ਦੀ ਸੇਵਾ ਦਿਓ, ਅਸੀਂ ਆਟਾ ਪੀਆ ਕਰਾਂਗੇ। ਤਾਂ ਸੰਤ ਬਾਬਾ ਬਿਸ਼ਨ ਸਿੰਘ ਜੀ ਕਹਿਣ ਲੱਗੇ, ਜੋ ਪੀਣਾ ਹੈ ਇਹ ਮਾਣ ਗਾਉਣ ਵਾਸਤੇ ਹੈ। ਜੇ ਮਾਣ ਫੁਰਦਾ ਰਿਹਾ ਤਾਂ ਹੋਰ ਮਜ਼ਦੂਰ ਲੋਕ ਕਿਹੜਾ ਥੋੜ੍ਹੇ ਪੀਸਦੇ ਹਨ। ਅਸੀਂ ਤਾਂ ਮਾਣ ਗਾਉਣ ਵਾਸਤੇ ਚੱਕੀ ਪੀਸਣਾ ਕਰਦੇ ਹਾਂ। ਇਸ ਪ੍ਰਕਾਰ ਸੰਤ ਬਾਬਾ ਸੁੰਦਰ ਸਿੰਘ ਜੀ ਪਹਿਲਾਂ ਸੰਤਾਂ ਦੇ ਨਾਲ ਚੱਕੀ ਪੀਣ ਲੱਗਦੇ ਰਹੇ, ਫਿਰ ਹੌਲੀ ਹੌਲੀ ਬੇਨਤੀ ਕਰਕੇ ਉਹਨਾਂ ਤੋਂ ਛੁਡਾਈ ਸੀ। ਜਿੰਨਾ ਕੜਾਹ ਪ੍ਰਸ਼ਾਦ ਵਿੱਚ ਆਟਾ ਪੈਂਦਾ, ਓਨਾ ਆਟਾ ਆਪ ਪੀਂਦੇ ਰਹੇ। ਇਸੇ ਪ੍ਰਕਾਰ ਆਪਾ ਭਾਵ ਗਵਾ ਕੇ ਪੀਸਣਾ ਕਰੀਏ, ਚਰਨਾਂ ਦੇ ਤਾਈਂ ਧੋਣਾ ਕਰੀਏ। ਤਜ ਆਪ ਮਿਟੈ ਸੰਤਾਪ, ਆਪ ਨਹਿ ਜਾਣ ਆਈਐ। ਜੇਕਰ ਆਪਾ ਭਾਵ ਦੇਹ ਦਿਆਸ ਤਜ ਤਿਆਗ ਦੇਈਏ ਤਾਂ ਸਾਰੇ ਸੰਤਾਪ ਦੁੱਖ ਮਿਟ ਜਾਂਦੇ ਹਨ। ਆਦਿ ਵਿਆਧੀ ਉਪਾਧੀ ਆਦਿ ਸਮਕ ਤਾਪ ਮਿਟ ਜਾਂਦੇ ਹਨ ਅਤੇ ਗੁਣਾਂ ਦਾ, ਵਡਿਆਈ ਦਾ, ਸਾਧਨਾ ਆਦਿ ਦਾ ਆਪਾ ਭਾਵ ਹੰਕਾਰ ਨਾ ਜਾਣ ਆਈਏ, ਜਣਾਉਣਾ ਨਾ ਕਰੀਏ। ਇਸ ਕਰਕੇ ਸਰਣ ਗਹੀਜੈ ਮਾਨ ਲੀਜੈ, ਕਰੇ ਸੋ ਸੁਖ ਪਾਈਐ। ਹੇ ਭਾਈ, ਸੱਚੇ ਸਤਿਗੁਰਾਂ ਦੀ ਸਰਣ ਓਟ ਗ੍ਰਹਿਣ ਭਾਵ ਪਕੜ ਨਾ ਕਰੀਏ। ਸਾਧ ਸੰਗਤ ਦੀ ਆਗਿਆ ਮੰਨ ਲੈਣਾ ਕਰੀਏ। ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਲਈਏ ਅਤੇ ਜੋ ਵਾਹਿਗੁਰੂ ਕਰਦਾ ਉਸ ਭਾਣੇ ਨੂੰ ਆਪਣੀ ਹੰਗਤਾ ਛੱਡ ਕੇ ਹਿਰਦੇ ਵਿੱਚ ਮੰਨਣ ਕਰਕੇ ਸੁੱਖ ਆਨੰਦ ਨੂੰ ਪਾਉਣਾ ਕਰੀਏ। ਕਰ ਦਾਸ ਦਾਸੀ ਤਜ ਉਦਾਸੀ, ਕਰ ਜੋੜ ਦਿਨ ਰੈਣ ਜਾਗੀਐ। ਹੇ ਭਾਈ, ਜਿਹੜੇ ਮਹਾਤਮਾ ਜਨ ਵਾਹਿਗੁਰੂ ਦੇ ਮਨ ਬਾਣੀ ਸਰੀਰ ਕਰਕੇ ਸੇਵਕ ਹਨ, ਉਹਨਾਂ ਦਾਸ ਸੇਵਕਾਂ ਦੀ ਆਪਣੀ ਸੁਰਤ ਨੂੰ ਦਾਸੀ ਗੋਲੀ ਸੇਵਕਣੀ ਬਣਾਉਣਾ ਕਰ। ਜਿਹੜੀ ਉਦਾਸ ਤਾਈ ਪਈ ਹੋਈ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ,
ਇਸ ਉਦਾਸੀ ਉਪਰਾਮਤਾ ਨੂੰ ਤਿਆਗ ਕੇ ਨਿਸ਼ਚਾ ਕਰ ਲੈ ਕਿ ਪਰਮੇਸ਼ਰ ਜ਼ਰੂਰ ਪ੍ਰਾਪਤ ਹੋਵੇਗਾ। ਇਸ ਕਰਕੇ ਹੱਥ ਜੋੜ ਮੇਲ ਕੇ ਦਿਨ ਰਹਿਣ ਰਾਤ ਹੀ ਸੇਵਾ ਵਿੱਚ ਜਾਗਦੇ ਰਹੀਏ। ਨਾਨਕ ਵਖਾਣੈ ਗੁਰ ਬਚਨ ਜਾਣੈ, ਆਓ ਸਖੀ ਸੰਤ ਪਾਸ ਸੇਵਾ ਲਾਗੀਐ। ਸਤਿਗੁਰੂ ਜੀ ਵਖਾਣੇ ਭਾਵ ਕਥਨ ਕਰਦੇ ਹਨ। ਸਤਿਗੁਰਾਂ ਦੇ ਬਚਨ ਉਪਦੇਸ਼ ਦੁਆਰਾ ਹੀ ਇਸ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਗਿਆਨ ਰੂਪ ਅਵਸਥਾ ਨੂੰ ਜਾਣਿਆ ਜਾਂਦਾ ਹੈ। ਇਸ ਕਰਕੇ ਇਹ ਜਿਗਿਆਸੂ ਰੂਪ ਸਖੀ ਸਹੇਲੀਓ, ਸੰਤ ਮਹਾਤਮਾ ਜਨਾਂ ਦੇ ਕੋਲ ਜਾ ਕੇ ਸੇਵਾ ਟਹਿਲ ਭਗਤੀ ਵਿੱਚ ਲੱਗਣਾ ਕਰੀਏ। ਜਾ ਕੈ ਮਸਤਕ ਭਾਗ ਸੇਵਾ ਲਾਇਆ। हे ਸਖੀਓ, ਜਿਨ੍ਹਾਂ ਦੇ ਮਸਤਕ ਮੱਥੇ ਦੇ ਸ਼੍ਰੋਮਣੀ ਸ੍ਰੇਸ਼ਟ ਭਾਗ ਲੇਖ ਹਨ, ਉਹਨਾਂ ਪੁਰਖਾਂ ਨੂੰ ਮਹਾਰਾਜ ਨੇ ਆਪਣੀ ਭਗਤੀ ਰੂਪ ਸੇਵਾ ਟਹਿਲ ਵਿੱਚ ਲਾਉਣਾ ਕੀਤਾ ਹੈ। ਤਾਂ ਕਿ ਪੂਰਨ ਆਸ ਜਿਨ ਸਾਧ ਸੰਗ ਪਾਇਆ। ਜਿਨ੍ਹਾਂ ਨੇ ਸ੍ਰੇਸ਼ਟ ਜਨਾਂ ਦੀ ਸੰਗਤ ਦੁਆਰਾ ਪਰਮੇਸ਼ਰ ਦੇ ਆਨੰਦ ਨੂੰ ਪਾ ਲਿਆ ਹੈ, ਉਹਨਾਂ ਪਿਆਰਿਆਂ ਦੀ ਲੋਕ ਪਰਲੋਕ ਦੀ ਸਾਰੀ ਆਸਾ ਪੂਰਨ ਹੋਈ ਹੈ। ਸਾਧ ਸੰਗ ਹਰਿ ਕੈ ਰੰਗ, ਗੋਬਿੰਦ ਸਿਮਰਨ ਲਾਗਿਆ। ਹੇ ਭਾਈ, ਜਿਹੜੇ ਸੰਤਾਂ ਦੀ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਜੁੜੇ ਹਨ, ਉਹਨਾਂ ਨੂੰ ਗੋਬਿੰਦ ਪਰਮੇਸ਼ਰ ਦੇ ਭਜਨ ਦਾ ਰੰਗ ਲੱਗ ਗਿਆ ਹੈ। ਭਰਮ ਮੋਹ ਵਿਕਾਰ ਦੂਜਾ ਸਗਲ ਤਿਨਹਿ ਤਿਆਗਿਆ। ਜੋ ਉਹਨਾਂ ਦੇ ਹਿਰਦੇ ਵਿੱਚ 5 ਪ੍ਰਕਾਰ ਦਾ ਭਰਮ ਕਾਮ ਆਦਿਕ ਵਿਕਾਰ ਦਵੈਤ ਵਾਲਾ ਸੁਭਾਅ ਤੇ ਅਗਿਆਨ ਕਰਕੇ ਮੋਹ ਆਦਿ ਸੀ ਨਾ, ਉਹ ਪਰਮੇਸ਼ਰ ਨੇ ਤਿਨਹਿ ਭਾਵ ਉਹਨਾਂ ਦੇ ਅੰਦਰੋਂ ਸਾਰਾ ਹੀ ਤਿਆਗ ਦਿੱਤਾ ਹੈ। ਮਨ ਸ਼ਾਂਤ ਸਹਿਜ ਸੁਭਾਅ ਬੂਠਾ ਆਨੰਦ ਮੰਗਲ ਗੁਣ ਗਾਇਆ। ਉਹਨਾਂ ਦੇ ਹਿਰਦੇ ਵਿੱਚ ਅਮਿੱਟ ਰੂਪ ਸ਼ਾਂਤੀ ਸੁਭਾਅ ਹੋਣੇ ਕਰਕੇ ਗਿਆਨ ਬੂਠਾ ਵਸਿਆ ਹੈ। ਜਿਵੇਂ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਕਿਹਾ ਹੈ ਕਿ ਸਤੋ ਗੁਣ ਤੋਂ ਬਾਅਦ ਗਿਆਨ ਪੈਦਾ ਹੁੰਦਾ, ਉਹਨਾਂ ਦੇ ਮਨ ਵਿੱਚ ਸੁਤੇ ਸਿੱਧ ਸ਼ਾਂਤੀ ਸੁਭਾਅ ਗਿਆਨ ਸਰੂਪ ਆ ਕੇ ਵਸਿਆ ਹੈ। ਸੋ ਜਿਨ੍ਹਾਂ ਨੇ ਆਨੰਦ ਰੂਪ ਵਾਹਿਗੁਰੂ ਦੇ ਮੰਗਲ ਜਸ ਰੂਪ ਗੁਣਾਂ ਨੂੰ ਗਾਉਣਾ ਕੀਤਾ ਹੈ, ਭਾਵ ਖੁਸ਼ੀਆਂ ਦੇ ਗੀਤਾਂ ਨੂੰ ਗਾਉਣਾ ਕੀਤਾ ਹੈ। ਨਾਨਕ ਵਖਾਣੈ ਗੁਰ ਬਚਨ ਜਾਣੈ, ਜਾ ਕੈ ਮਸਤਕ ਭਾਗ ਸੇਵਾ ਲਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਤਿਗੁਰਾਂ ਦੇ ਬਚਨ ਉਪਦੇਸ਼ ਦੁਆਰਾ ਹੀ ਇਸ ਅਵਸਥਾ ਨੂੰ ਜਾਣੀਦਾ। ਜਿਨ੍ਹਾਂ ਦੇ ਮਸਤਕ ਮੱਥੇ ਦੇ ਸ਼੍ਰੋਮਣੀ ਭਾਗ ਲੇਖ ਹਨ, ਉਹਨਾਂ ਨੂੰ ਮਹਾਰਾਜ ਨੇ ਆਪਣੀ ਭਗਤੀ ਰੂਪ ਸੇਵਾ ਟਹਿਲ ਵਿੱਚ ਲਾਉਣਾ ਕੀਤਾ ਹੈ। ਆਸਾ ਮਹੱਲਾ ਪੰਜਵਾ। ਸਲੋਕ। ਹਰ ਹਰ ਨਾਮ ਜਪੰਤਿਆ, ਕਛ ਨ ਕਹਿ ਜਮਕਾਲ। ਹੇ ਭਾਈ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਦਾ ਅੰਮ੍ਰਿਤ ਨਾਮ ਸੱਚੇ ਗੁਰਾਂ ਦੀ ਦੀਖਿਆ ਦੁਆਰਾ ਜਪਣ ਵਾਲਿਆਂ ਨੂੰ ਜਮਕਾਲ ਕੁਝ ਵੀ ਨਹੀਂ ਕਹਿ ਸਕਦਾ। ਹਰੀ ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਪੁਰਖਾਂ ਨੂੰ ਜੰਮਣ ਅਤੇ ਮਰਨ ਦਾ ਸਮਾਂ ਕੁਝ ਨਹੀਂ ਕਹਿ ਸਕਦਾ। ਨਾ ਜੰਮਣ ਤੇ ਨਾ ਅੰਤ ਦਾ ਸਮਾਂ ਕੁਝ ਕਹਿ ਸਕਦਾ ਹੈ। ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੈ ਗੋਪਾਲ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਮਨ ਹਿਰਦੇ ਤੇ ਤਨ ਸਰੀਰ ਕਰਕੇ ਪੂਰਨ ਸੁਖੀ ਆਨੰਦਮਈ ਜੀਵਨ ਵਾਲੇ ਹੋ ਜਾਂਦੇ ਹਨ ਅਤੇ ਸਰੀਰ ਦੇ ਸ਼ਾਂਤ ਹੋਣ ਵੇਲੇ ਅੰਤੇ ਭਾਵ ਅਖੀਰਲੇ ਵੇਲੇ ਗੋਪਾਲ ਪਰਮੇਸ਼ਰ ਮਿਲ ਜਾਂਦੇ ਹਨ। ਪਰਮੇਸ਼ਰ ਦੇ ਵਿੱਚ ਮਿਲ ਜਾਂਦੇ ਭਾਵ ਮੁੜ ਕੇ 84 ਲੱਖ ਜੂਨਾਂ ਵਿੱਚ ਨਹੀਂ ਆਉਂਦੇ। ਸੰਤ ਮਿਲੋ ਸੰਤਨ ਕੈ ਸੰਗ, ਮੋਹਿ ਉਧਾਰ ਲੇਹੁ। ਹੇ ਭਾਈ, ਜਿਨ੍ਹਾਂ ਨੂੰ ਸਾਸ ਗਿਰਾਸ ਵਿਸਰਦਾ ਨਹੀਂ, ਉਹਨਾਂ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਇਉਂ ਬੇਨਤੀ ਕਰੀਏ ਕਿ ਹੇ ਸੰਤ ਜਨੋ, ਜਿਵੇਂ ਤੁਸੀਂ ਆਪ ਸੰਸਾਰ ਸਮੁੰਦਰ ਤੋਂ ਉਧਰੇ ਹੋ, ਇਸੇ ਪ੍ਰਕਾਰ ਮੈਨੂੰ ਵੀ ਸੰਸਾਰ ਸਮੁੰਦਰ ਤੋਂ ਉਧਾਰ ਲਵੋ। ਬਿਨਉ ਕਰੋ ਕਰ ਜੋੜ, ਹਰ ਹਰ ਨਾਮ ਦੇਹੁ। ਫਿਰ ਹੱਥ ਜੋੜ ਕੇ ਬੇਨਤੀ ਕਰੀਏ ਕਿ ਹੇ ਸੰਤ ਜਨੋ, ਜਿਵੇਂ ਤੁਸੀਂ ਹਰ ਪਰਮੇਸ਼ਰ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਉਧਰੇ ਹੋ, ਇਉਂ ਮੈਨੂੰ ਵੀ ਪਰਮੇਸ਼ਰ ਦਾ ਨਾਮ ਦੇਣਾ ਕਰੋ। ਹਰ ਨਾਮ ਮਾਗੋ ਚਰਨ ਲਾਗੋ, ਮਾਨ ਤਿਆਗੋ ਤੁਮ ਦਇਆ। ਹੇ ਪਿਆਰੇ ਸੰਤ ਜਨੋ, ਅਸੀਂ ਆਪ ਜੀ ਦੇ ਚਰਨਾਂ ਵਿੱਚ ਲੱਗ ਕੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਮੰਗਦੇ ਹਾਂ ਅਤੇ ਤੁਹਾਡੀ ਦਿਆਲਤਾ ਕਰਕੇ ਮਾਨ ਹੰਕਾਰ ਨੂੰ ਤਿਆਗਣਾ ਕਰੀਏ।
ਕਤਹੂ ਨ ਧਾਵੋ ਸਰਣ ਪਾਵੋ, ਕਰੁਣਾ ਮੈਂ ਪ੍ਰਭ ਕਰਮਇਆ। ਹੇ ਕਰੁਣਾ ਮੈਂ ਕਿਰਪਾ ਸਰੂਪ ਪਰਮੇਸ਼ਰ ਜੀ, ਮਿਹਰਬਾਨੀ ਕਰੋ ਕਿ ਅਸੀਂ ਵਾਸ਼ਨਾ ਕਰਕੇ ਕਤਹੂ ਕਿਸੇ ਹੋਰ ਪਾਸੇ ਨੂੰ ਧਾਵੋ ਦੌੜੀਏ, ਆਪ ਜੀ ਦੀ ਸ਼ਰਨ ਓਟ ਨੂੰ ਹੀ ਪਾਉਣਾ ਕਰੀਏ। ਸਮਰੱਥ ਅਗੱਥ ਅਪਾਰ ਨਿਰਮਲ, ਸੁਣੋ ਸੁਆਮੀ ਬਿਨੋ ਏਹੋ। ਹੇ ਸਮਰੱਥ ਸਰਬ ਸ਼ਕਤੀਵਾਨ, ਅਗੱਥ ਕਥਨ ਤੋਂ ਰਹਿਤ, ਮਾਇਕੀ ਪਦਾਰਥਾਂ ਤੋਂ ਸੁਤੰਤਰ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਨਿਰਮਲ ਸ਼ੁੱਧ ਸਰੂਪ ਸੁਆਮੀ ਮਾਲਕ ਪਰਮੇਸ਼ਰ ਜੀ, ਇਹ ਸਾਡੀ ਬਿਨੋ ਬੇਨਤੀ ਸੁਣ ਲਵੋ। ਕਰ ਜੋੜ ਨਾਨਕ ਦਾਨ ਮਾਗੈ, ਜਨਮ ਮਰਨ ਨਿਵਾਰ ਲੇਹੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਹੱਥ ਜੋੜ ਕੇ ਇਹੋ ਹੀ ਦਾਨ ਮੰਗਦੇ ਹਾਂ ਕਿ ਸਾਡਾ ਜੰਮਣਾ ਮਰਨਾ ਨਿਵਰਤ ਕਰ ਲਵੋ, ਮੇਟ ਦੇਵੋ। ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ। ਹੇ ਮਹਾਰਾਜ, ਅਸੀਂ ਅਪਰਾਧਾਂ ਗੁਨਾਹਾਂ ਨੂੰ ਕਰਨ ਵਾਲੇ, ਆਤਮ ਵਿਸ਼ੈਣੀ ਮਤ ਬੁੱਧੀ ਤੋਂ ਹੀਣੇ, ਨਿਰਗੁਣ ਸਤ ਸੰਤੋਖ ਆਦਿ ਗੁਣ ਗੁਣਾਂ ਤੋਂ ਨਿਰ ਰਹਿਤ ਹੋਣ ਕਰਕੇ ਅਨਾਥ ਯਤੀਮ ਹਾਂ ਅਤੇ ਨੀਚ ਮੰਦ ਕਰਮਾਂ ਭਾਵ ਭੈੜੇ ਕਰਮਾਂ ਵਿੱਚ ਲੱਗੇ ਹੋਏ ਹਾਂ। ਸੱਠ ਕਠੋਰ ਕੁਲਹੀਨ, ਵਿਆਪਤ ਮੋਹ ਕੀਚ। ਹੇ ਮਹਾਰਾਜ, ਅਸੀਂ ਮਨ ਕਰਕੇ ਮੂਰਖ, ਬਾਣੀ ਕਰਕੇ ਕਠੋਰ ਕਰੜੇ ਬਚਨ ਬੋਲਣ ਵਾਲੇ, ਕੁਲਹੀਨ ਉਚਿਤ ਕੁਲ ਤੋਂ ਹੀਣੇ ਹਾਂ। ਰਾਤ ਦਿਨ ਹੀ ਮੋਹ ਰੂਪੀ ਚਿੱਕੜ ਵਿੱਚ ਵਿਆਪ ਰਹੇ ਹਾਂ। ਮਲ ਭਰਮ ਕਰਮ ਅਹੰ ਮਮਤਾ, ਮਰਨ ਚੀਤ ਨ ਆਵਏ। ਹੇ ਮਹਾਰਾਜ, ਸਾਡੇ ਅੰਦਰ ਅਵਿਦਿਆ ਦੀ ਮੈਲ ਸਰੂਪ ਦਾ ਭਰਮ ਕਰਮਾਂ ਦੀ ਅਹੰ ਹੰਗਤਾ ਮਮਤਾ ਧਾਰੀ ਹੋਈ ਹੈ। ਦੇਹ ਦੀ ਅਹੰ ਹੰਗਤਾ, ਪਦਾਰਥਾਂ ਦੀ ਮਮਤਾ ਆਪਣਤ ਧਾਰੀ ਹੋਈ ਹੈ ਅਤੇ ਮਰਨ ਮੌਤ ਚੀਤ ਚੇਤੇ ਨਹੀਂ ਆਉਂਦੀ। ਬਨਤਾ ਬਿਨੋਦ ਆਨੰਦ ਮਾਇਆ, ਅਗਿਆਨਤਾ ਲਪਟਾਵਏ। ਹੇ ਮਹਾਰਾਜ, ਸਾਡੇ ਚਿੱਤ ਬਨਤਾ ਇਸਤਰੀਆਂ ਦੇ ਭੋਗਾਂ ਬਿਲਾਸਾਂ ਕੌਤਕਾਂ ਵਿੱਚ, ਮਾਇਆ ਨੂੰ ਜੋੜਨ ਦੇ ਆਨੰਦ ਵਿੱਚ ਅਗਿਆਨਤਾਈ ਦੇ ਸਹਿਤ ਲਪਟੇ ਹੋਏ ਆ। ਖਿਸੈ ਜੋਬਨ ਬਧੈ ਜਰੂਆ, ਦਿਨ ਨਿਹਾਰੇ ਸੰਗ ਮੀਚ। ਜੋਬਨ ਜਵਾਨੀ ਖਿਸੈ ਖਿਸਕਦੀ ਜਾ ਰਹੀ ਹੈ ਅਤੇ ਉੱਤੇ ਜਰੂਆ ਬੁਢੇਪੇ ਦਾ ਜ਼ੋਰ ਵੱਧਦਾ ਜਾ ਰਿਹਾ। ਮੀਚ ਮੌਤ ਜੋ ਸਦਾ ਸਾਥ ਹੈ, ਉਹ ਦਿਨ ਨਿਹਾਰੇ ਦੇਖ ਰਹੀ ਆ ਕਿ ਕਦੋਂ ਦਿਨ ਪੂਰੇ ਹੋਣ ਤੇ ਮੈਂ ਪਕੜ ਕੇ ਲੈ ਜਾਵਾਂ। ਬਿਨਵੰਤ ਨਾਨਕ ਆਸ ਤੇਰੀ, ਸਰਣ ਸਾਧੂ ਰਾਖ ਨੀਚ। ਸਤਿਗੁਰੂ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਇਉਂ ਬੇਨਤੀਆਂ ਕਰੋ ਕਿ ਹੇ ਮਹਾਰਾਜ, ਸਾਨੂੰ ਤਾਂ ਤੁਹਾਡੀ ਹੀ ਆਸ ਉਮੀਦ ਹੈ। ਆਪ ਕਿਰਪਾ ਕਰਕੇ ਸਾਨੂੰ ਨੀਚ ਭੈੜੇ ਕਰਮਾਂ ਵਾਲਿਆਂ ਨੂੰ ਸ੍ਰੇਸ਼ਟ ਜਨਾਂ ਦੀ ਓਟ ਵਿੱਚ ਰੱਖਣਾ ਕਰੋ। ਭਰਮੇ ਜਨਮ ਅਨੇਕ, ਸੰਕਟ ਮਹਾਜੋਨ। ਹੇ ਮਹਾਰਾਜ, ਬਹੁਤ ਸਾਰੇ ਜਨਮਾਂ ਵਿੱਚ ਭਾਵ ਜੂਨਾਂ ਵਿੱਚ ਭਰਮਦੇ ਆਏ ਹਾਂ ਅਤੇ ਜੂਨੀਆਂ ਦੇ ਮਹਾ ਭਾਰੀ ਸੰਕਟ ਦੁੱਖ ਭੋਗੇ ਹਨ। ਅਰਥਾਤ ਬੜੀਆਂ ਜੂਨਾਂ ਵਿੱਚ ਪੈ ਪੈ ਕੇ 9 ਮਹੀਨੇ ਗਰਭ ਵਿੱਚ ਗਲਦੇ ਰਹੇ ਹਾਂ ਅਤੇ ਲਪਟ ਰਹਿਓ ਤੇ ਸੰਗ ਮੀਠੇ ਭੋਗ ਸੋ ਨ। ਤਿੰਨਾਂ ਮਾਇਕੀ ਪਦਾਰਥਾਂ ਦੇ ਨਾਲ ਸਾਡਾ ਚਿੱਤ ਲੰਪਟ ਹੋ ਰਿਹਾ ਹੈ, ਪਰੰਤੂ ਉਹ ਪਦਾਰਥ ਮਿੱਠੇ ਨਹੀਂ ਹਨ। ਸੋ ਇਸ ਦਾ ਦੂਸਰਾ ਪਾਠ ਮੀਠੇ ਭੋਗ ਸੋਨ ਵੀ ਹੈ। ਭਾਵ ਸੋਇਨੇ ਆਦਿਕਾਂ ਨੂੰ ਮਿੱਠੇ ਭੋਗ ਜਾਣ ਕੇ ਉਹਨਾਂ ਦੇ ਨਾਲ ਸਾਡਾ ਮਨ ਖਚਿਤ ਹੋ ਰਿਹਾ। ਭ੍ਰਮਤ ਭਾਰ ਅਗਨਤ ਆਇਓ, ਬਹੁ ਪਰਦੇਸਹਿ ਧਾਇਓ। ਹੇ ਮਹਾਰਾਜ, ਅਸੀਂ ਬਹੁਤੀਆਂ ਜੂਨਾਂ ਰੂਪੀ ਪ੍ਰਦੇਸਾਂ ਵਿੱਚੋਂ ਦੌੜਦੇ ਹੋਏ ਸਿਰ 'ਤੇ ਪਾਪਾਂ ਦੇ ਭਾਰ ਵਜਨ ਨੂੰ ਚੁੱਕ ਕੇ ਅਣਗਿਣਤ ਜਨਮਾਂ ਵਿੱਚ ਭਰਮਦੇ ਭਟਕਦੇ ਹੁਣ ਮਨੁੱਖਾ ਦੇਹ ਵਿੱਚ ਆਏ ਹਾਂ। ਅਬ ਓਟ ਧਾਰੀ ਪ੍ਰਭ ਮੁਰਾਰੀ, ਸਰਬ ਸੁਖ ਹਰਿ ਨਾਇਓ। ਹੇ ਮੁਰਾਰੀ, ਮੁਰ ਦੈਂਤ ਦੇ ਅਰੀ ਦੁਸ਼ਮਣ, ਬਿਰਤੀ ਰੂੜ ਹੋ ਕੇ ਚੇਤਨ ਮੋਹ ਆਦਿਕ ਦੇ ਆਰੀ ਦੁਸ਼ਮਣ ਪ੍ਰਭੂ ਪਰਮੇਸ਼ਰ, ਹੁਣ ਅਸੀਂ ਇਸ ਮਨੁੱਖਾ ਜਨਮ ਵਿੱਚ ਤੁਹਾਡੀ ਸ਼ਰਨ ਧਾਰਨ ਕੀਤੀ ਹੈ, ਕਿਉਂਕਿ ਹੇ ਹਰੀ, ਸਾਰੇ ਸੁੱਖ ਆਨੰਦ ਆਪ ਜੀ ਦੇ ਨਾਇਓ ਨਾਮ ਵਿੱਚ ਹੀ ਆ। ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋਇਆ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ। ਰਾਖਨ ਹਾਰੇ ਪ੍ਰਭ ਪਿਆਰੇ, ਮੁਝ ਤੇ ਕਛੂ ਨ ਹੋਆ ਹੋ ਨ।
ਸੋ ਇਸ ਦਾ ਪਾਠ ਦੂਸਰਾ ਹੋਣ ਵੀ ਹੈ। ਪਹਿਲਾ ਪਾਠ ਹੈ ਹੋ ਨਾ। ਹੇ ਰਾਖਣ ਹਾਰੇ ਰੱਖਿਆ ਕਰਨ ਵਾਲੇ ਪਿਆਰੇ ਪ੍ਰਭੂ ਪਰਮੇਸ਼ਰ ਜੀ, ਮੇਰੇ ਭਾਵ ਸਾਡੇ ਤੇ ਤੋਂ ਨਾ ਹੀ ਪਿੱਛੇ ਕੁਝ ਮੁਕਤੀ ਦਾ ਸਾਧਨ ਹੋਇਆ, ਨਾ ਹੀ ਹੁਣ ਹੋਇਆ, ਨਾ ਹੀ ਅੱਗੇ ਨੂੰ ਹੋਣਾ ਹੈ, ਨਾ ਹੀ ਅੱਗੇ ਨੂੰ ਹੋਣ। ਪਾਠ ਦੂਸਰਾ ਹੈ, ਭਾਵ ਹੋਣ ਅੱਗੇ ਨੂੰ ਨਾ ਹੋਵੇਗਾ। ਸੂਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਭਉਨ। ਸਤਿਗੁਰੂ ਜੀ ਕਥਨ ਕਰਦੇ, ਹੇ ਵਾਹਿਗੁਰੂ, ਜਿਨ੍ਹਾਂ ਸੁਭਾਵਕ ਸੂਖ ਸਹਿਜ ਅਚੁੱਤ ਸੁਖ ਦਾ ਆਨੰਦ ਪ੍ਰਾਪਤ ਹੋਇਆ, ਜਿਨ੍ਹਾਂ ਨੂੰ ਉਹ ਤੁਹਾਡੀ ਕਿਰਪਾ ਦ੍ਰਿਸ਼ਟੀ ਕਰਕੇ ਦੇਹ ਰੂਪੀ ਭਉਨ ਘਰ ਸੰਸਾਰ ਰੂਪੀ ਭਉਨ ਭਵਨ ਵਿੱਚੋਂ 14 ਭਵਨਾਂ ਵਿੱਚੋਂ ਤਰ ਗਏ, ਮੁਕਤ ਹੋ ਗਏ ਹਨ। ਜਿਹੜੇ ਤੁਹਾਡੀ ਕਿਰਪਾ ਦ੍ਰਿਸ਼ਟੀ ਕਰਕੇ ਤਰੇ ਹਨ, ਉਹਨਾਂ ਨੂੰ 7 ਪ੍ਰਕਾਰ ਦਾ ਕੋਈ ਵੀ ਭਉ ਨਾ, ਭਾਵ ਭਉ ਡਰ ਨਹੀਂ ਰਹਿੰਦਾ। ਨਾਮ ਧਾਰੀਕ ਉਧਾਰੇ ਭਗਤੈ ਸੰਸਾ ਕੌਣ। ਹੇ ਮਹਾਰਾਜ, ਜਿਨ੍ਹਾਂ ਲੋਕਾਂ ਦਾ ਸਿਰਫ ਭਗਤਾਂ ਵਾਲਾ ਭੇਖ ਧਾਰਨ ਕਰਕੇ ਭਗਤ ਨਾਮ ਰੱਖਿਆ ਹੋਇਆ ਸੀ, ਪਰ ਭਗਤ ਨਹੀਂ ਸਨ, ਤੁਸੀਂ ਉਹ ਵੀ ਸੰਸਾਰ ਸਮੁੰਦਰ ਤੋਂ ਉਧਾਰ ਦਿੱਤੇ। ਜੈਸਾ ਕਿ ਉਦੈਪੁਰ ਦੇ ਰਹਿਣ ਵਾਲੇ ਦੇਵੇ ਬ੍ਰਾਹਮਣ ਨੂੰ ਤਾਰਿਆ ਸੀ, ਤਾਂ ਫਿਰ ਤੁਹਾਡੀ ਭਗਤੀ ਕਰਨ ਵਾਲੇ ਭਗਤਾਂ ਦੇ ਤਰਨ ਵਿੱਚ ਕੌਣ ਸੰਸਾ ਸ਼ੱਕ ਕਰ ਸਕਦਾ, ਕਿਉਂਕਿ ਉਹ ਤਾਂ ਅੱਗੇ ਹੀ ਮੁਕਤ ਹਨ। ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਵਨ। ਹੇ ਪਿਆਰੇ, ਜੇਨ ਕੇਨ ਜਿਸ ਕਿਸ ਪ੍ਰਕਾਰੇ ਤਰੀਕੇ ਨਾਲ, ਕਿਸੇ ਵੀ ਤਰੀਕੇ ਨਾਲ ਹਰੀ ਹਰ ਪਰਮੇਸ਼ਰ ਦਾ ਜਸ ਕੰਨਾਂ ਨਾਲ ਸੁਣਦੇ ਰਿਹਾ ਕਰੋ। ਸੁਨ ਸਰਵਨ ਬਾਣੀ ਪੁਰਖ ਗਿਆਨੀ ਮਨ ਨਿਧਾਨਾ ਪਾਵਹਿ। ਹੇ ਪਿਆਰਿਆ, ਜਦੋਂ ਸੱਚੇ ਗੁਰਾਂ ਦੀ ਬਾਣੀ ਸ਼ਰਵਣ ਕੰਨਾਂ ਨਾਲ ਸੁਣੇਗਾ ਤਾਂ ਪੂਰਨ ਗਿਆਨਵਾਨ ਹੋ ਜਾਵੇਗਾ ਅਤੇ ਮਨ ਹਿਰਦੇ ਵਿੱਚੋਂ ਹੀ ਸ਼ਰਵਣ ਮੰਨਣ ਨਿਧਿਆਸਨ ਰੂਪ ਗੁਣਾਂ ਦੇ ਖਜ਼ਾਨੇ ਨੂੰ ਪਾ ਲਵੇਗਾ। ਹਰ ਰੰਗ ਰਾਤੇ ਪ੍ਰਭ ਵਿਧਾਤੇ ਰਾਮ ਕੇ ਗੁਣ ਗਾਵਹਿ। ਹੇ ਪਿਆਰੇ, ਜੋ ਗੁਰਮੁਖ ਜਨ ਹਰੀ ਪ੍ਰਭੂ ਪਰਮੇਸ਼ਰ ਵਿਧਾਤੇ ਫਲ ਬਰਦਾਤੇ ਦੇ ਰੰਗ ਪ੍ਰੇਮ ਵਿੱਚ ਰੰਗੇ ਹਨ, ਉਹ ਰਾਮ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਗਾਉਂਦੇ ਹੋਏ ਨਿਹਾਲ ਹੋ ਰਹੇ ਆ। ਬਸਦ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਏ ਪਵਨ। ਹੇ ਪਿਆਰੇ, ਜੇਕਰ ਸਾਰੀ ਬਸਦ ਧਰਤੀ ਕਾਗਜ਼ ਬਣ ਜਾਵੇ, ਸਾਰੀ ਬਨਸਪਤੀ ਦੀਆਂ ਕਲਮਾਂ ਬਣ ਜਾਣ, 7 ਸਮੁੰਦਰਾਂ ਦੀ ਸਿਆਹੀ ਬਣ ਜਾਵੇ ਅਤੇ ਲਿਖਣ ਨੂੰ ਜੇਕਰ ਪਵਨ ਹਵਾ ਹੀ ਲਿਖਾਰੀ ਹੋ ਜਾਵੇ, ਜੈਸਾ ਕਿ ਸ੍ਰੀ ਦਸਮ ਗ੍ਰੰਥ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰਕੇ ਫਰਮਾਉਂਦੇ ਹਨ, ਕਾਗਦ ਦੀਪ ਸਭੈ ਕਰ ਕੈ ਅਰਸਾਤ ਸਮੁੰਦਰਨ ਕੀ ਮਸ ਕਹਿ ਕਾਟ ਬਨਾਸਪਤੀ ਸਗਰੀ ਲਿਖਬੇ ਹੋ ਕੇ ਲੇਖਨ ਕਾਜ ਬਨੈ ਹੋ ਸਾਰਸਤੀ ਬਖਤਾ ਕਰ ਕੈ ਜੁਗ ਕੋਟ ਗਣੇਸ਼ ਕੈ ਹਾਥ ਲਿਖੈ ਹੋ ਕਾਲ ਕਿਰਪਾਲ ਬਿਨਾ ਬਿਨਤੀ ਨੈ ਤਉ ਤੁਮ ਕਹਿ ਪ੍ਰਭ ਨੈਕ ਰਜੈ ਹੋ। ਬੇਅੰਤ ਅੰਤ ਨ ਜਾਇ ਪਾਇਆ ਗਹੀ ਨਾਨਕ ਚਰਨ ਸਰਨ। ਪਰੰਤੂ ਫਿਰ ਵੀ ਅੰਤ ਤੋਂ ਰਹਿਤ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਕਰਕੇ ਅਸੀਂ ਤਾਂ ਹੋਰ ਸਾਰੇ ਆਸਰੇ ਛੱਡ ਕੇ ਕੇਵਲ ਪਰਮੇਸ਼ਰ ਦੇ ਚਰਨਾਂ ਦੀ ਓਟ ਗ੍ਰਹਿਣ ਕੀਤੀ ਹੈ। ਬੇਅੰਤ ਅੰਤ ਨ ਜਾਇ ਪਾਇਆ ਗਹੀ ਨਾਨਕ ਚਰਨ ਸਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।